परम सत्कारयोग गुरु प्यारी साध संगत जीओ, अज आप जी दे नाल धन धन जगत पिता श्री गुरु रविदास महाराज सच्चे पातशाह जी की बाणी का पहला शब्द जो कि जुगो जुग अटल गद्दी नशीन शाहे ए शहनशाह दुनिया के सांझे रहबर धन धन श्री गुरु ग्रंथ साहिब महाराज जी के अंक नंबर 93 उत्ते सुभायमान है जी, जो कि श्री राग हेठ दर्ज किया गया है। आओ आपां इस शब्द नूं पढ़ते हाँ, समझते हाँ, विचारते हाँ अते अपने जीवन का हिस्सा बना के अपना जीवन सफला करते हाँ जी। सब तो पहला शब्द नूं पढ़ांगे, शब्द पढ़न तो बाद उसके अर्थां नूं समझांगे। आओ गुरफतेह बुलाइए, सांझ पाइए। आखो वाहिगुरू जी का खालसा, वाहिगुरू जी की फतेह। एक ओंकार सतगुर प्रसाद। श्री राग तोही मोही मोही तोही अंतर कैसा, कनक कटक जल तरंग जैसा। जो पै हम ना पाप करंता, अहे अनंता। पतत पावन नाम कैसे हुंता, रहाओ। तुम जो नायक आछो अंतरजामी, प्रभ ते जन जानीजै जन ते सुआमी। शरीर अराधै मोको विचार देहू, रविदास समदल समझावै को। हुण आपां इस शब्द नूं पढ़िया। ਜਦੋਂ ਅਸੀਂ ਸ਼ਬਦ ਨੂੰ ਪੜਾਂਗੇ ਤਾਂ ਸ਼ਬਦ ਦਾ ਕੀ ਕਨਸੈਪਟ ਹੈ, ਕੀ ਸਾਰ ਹੈ, ਉਹ ਸਾਡੇ ਸਾਹਮਣੇ ਐਟੋਮੈਟਿਕ ਹੀ ਆ ਜਾਏਗਾ ਜਦੋਂ ਅਸੀਂ ਪਿਆਰ ਨਾਲ ਪੜਾਂਗੇ। ਹੁਣ ਪਿਆਰ ਨਾਲ ਪੜ੍ਹਿਆ ਤਾਂ ਸਾਡੇ ਸਾਹਮਣੇ ਜਿਹੜਾ ਸ਼ਬਦ ਦਾ ਭਾਵ ਆਇਆ ਹੈ ਉਹ ਇਹ ਹੈ, ਅਸਲ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਨੇ ਅਕਾਲ ਪੁਰਖ ਇੱਕ ਹੈ ਜੋ ਬੇਅੰਤ ਹੈ। ਉਹ ਪੂਰੀ ਕੁਦਰਤ ਦੇ ਵਿੱਚ, ਪੂਰੀ ਕਾਇਨਾਤ ਦੇ ਵਿੱਚ ਵਸਿਆ ਹੋਇਆ ਹੈ, ਰਮਿਆ ਹੋਇਆ ਹੈ। ਅਸੀਂ ਉਹਦੇ ਤੋਂ ਟੁੱਟ ਗਏ ਹਾਂ, ਉਹਦੇ ਤੋਂ ਵੱਖਰੇ ਹੋ ਗਏ ਹਾਂ, ਪਰ ਉਹ ਇੰਨਾ ਸਮਰੱਥ ਹੈ ਕਿ ਉਹ ਟੁੱਟਿਆਂ ਹੋਇਆਂ ਨੂੰ ਗੰਢ ਦਿੰਦਾ ਹੈ। ਉਹ ਪਤਿਤ ਹੋਏ ਲੋਕਾਂ ਨੂੰ ਪਾਵਨ ਕਰ ਦਿੰਦਾ ਹੈ, ਫੇਰ ਤੋਂ ਜੋੜ ਦਿੰਦਾ ਹੈ। ਇਸ ਸ਼ਬਦ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਕਿਵੇਂ ਕਿਵੇਂ ਸਮਝਾ ਰਹੇ ਨੇ, ਆਓ ਆਪਾਂ ਰਹਾਉ ਵਾਲੇ ਬੰਦ ਨੂੰ ਪੜ੍ਹ ਕੇ ਅਰਥ ਕਰਕੇ ਸਮਝਦੇ ਹਾਂ ਜੀ। ਇੱਕ ਮੈਂ ਛੋਟੀ ਜਿਹੀ ਬੇਨਤੀ ਕਰਦੇ ਹਾਂ, ਜਦੋਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਰਥ ਸਮਝਣੇ ਨੇ, ਸਭ ਤੋਂ ਪਹਿਲਾਂ ਸ਼ਬਦ ਨੂੰ ਪੜ੍ਹੋ, ਫਿਰ ਰਹਾਉ ਵਾਲੇ ਬੰਦ ਨੂੰ ਪੜ੍ਹੋ। ਤੁਹਾਨੂੰ ਸ਼ਬਦ ਦੇ ਅਰਥ ਬਹੁਤ ਕਲੀਅਰ ਹੋ ਜਾਣਗੇ, ਸਪਸ਼ਟ ਹੋ ਜਾਣਗੇ। ਜੇਕਰ ਤੁਹਾਨੂੰ ਫਿਰ ਵੀ ਕਲੀਅਰ ਨਹੀਂ ਹੁੰਦੇ ਤੇ ਦੂਜੀ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਕਈ ਬਾਣੀਆਂ, ਕਈ ਸ਼ਬਦ ਅਤੇ ਕਈ ਅਸ਼ਟਪਦੀਆਂ, ਕਈ ਪੌੜੀਆਂ ਐਸੀਆਂ ਵੀ ਆਉਂਦੀਆਂ ਨੇ ਗੁਰਬਾਣੀ ਦੇ ਵਿੱਚ ਜਿਨ੍ਹਾਂ ਦੇ ਵਿੱਚ ਰਹਾਉ ਨਹੀਂ ਆਉਂਦਾ। ਆਪਾਂ ਉਹਨਾਂ ਦਾ ਪਹਿਲਾ ਬੰਦ ਪੜ੍ਹਨਾ ਸ਼ਬਦ ਦਾ ਅਤੇ ਅਖੀਰਲਾ ਬੰਦ ਪੜ੍ਹਨਾ। ਜਦੋਂ ਪੂਰਾ ਸ਼ਬਦ ਪੜ੍ਹਾਂਗੇ ਸਾਨੂੰ ਸਾਰਾ ਤੱਤ ਸਾਰ ਸ਼ਬਦ ਦਾ ਪਤਾ ਲੱਗ ਜਾਏਗਾ। ਇੱਥੇ ਆਪਾਂ ਰਹਾਉ ਵਾਲੇ ਬੰਦ ਨੂੰ ਪੜ੍ਹਦੇ ਹਾਂ ਅਤੇ ਅਰਥ ਸਮਝਦੇ ਹਾਂ। ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ। ਪਤਤ ਪਾਵਨ ਨਾਮ ਕੈਸੇ ਹੁੰਤਾ। ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਅਕਾਲ ਪੁਰਖ ਨੂੰ ਕਹਿ ਰਹੇ ਨੇ, ਅਹੇ ਅਨੰਤਾ, ਹੇ ਅਨੰਤ, ਹੇ ਬੇਅੰਤ ਪ੍ਰਭੂ। ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ, ਜੋ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਵੀ ਵੀਰ ਭਰਾ ਭੈਣ ਬੱਚੇ ਬਜ਼ੁਰਗ ਇਸ ਰਿਕਾਰਡਿੰਗ ਨੂੰ ਸੁਣ ਰਹੇ ਨੇ ਤਾਂ ਉਹ ਨੋਟ ਕਰ ਲਿਓ। ਗੁਰੂ ਰਵਿਦਾਸ ਮਹਾਰਾਜ ਜੀ ਪਹਿਲੇ ਸ਼ਬਦ ਦੇ ਵਿੱਚ ਰਹਾਉ ਵਾਲੇ ਬੰਦ ਵਿੱਚ ਆਪਣੇ ਅਕਾਲ ਪੁਰਖ ਬਾਰੇ ਦੱਸ ਗਏ ਕਿ ਮੇਰਾ ਜਿਹੜਾ ਅਕਾਲ ਪੁਰਖ ਹੈ ਕੌਣ ਹੈ, ਕਿਹੋ ਜਿਹਾ ਹੈ, ਕਿੱਡਾ ਵੱਡਾ ਹੈ। ਉਹਦੇ ਬਾਰੇ ਆਪ ਜੀ ਨੇ ਸ਼ਬਦ ਵਰਤਿਆ, ਅਹੇ ਅਨੰਤਾ, ਹੇ ਬੇਅੰਤ ਅਕਾਲ ਪੁਰਖ। ਬੇਅੰਤ ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵੀ ਜੇਵੜ ਆਪ ਤੇਵੜ ਤੇਰੀ ਦਾਤ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜੋ ਬੇਸ਼ੁਮਾਰ ਹੈ, ਜੋ ਬੇਅੰਤ ਹੈ, ਜੋ ਅਤੁੱਲ ਹੈ, ਤੋਲਿਆ ਨਹੀਂ ਜਾ ਸਕਦਾ, ਜੋ ਨਿਰਗੁਣ ਤੇ ਸਰਗੁਣ ਹੈ, ਜਿਹੜਾ ਪਹੁੰਚ ਤੋਂ ਬਹੁਤ ਪਰੇ ਹੈ। ਇਸ ਕਰਕੇ ਰੂਪ ਉਹਦਾ ਕੋਈ ਨਹੀਂ, ਰੰਗ ਉਹਦਾ ਕੋਈ ਨਹੀਂ,
ਉਹ ਮਨੁੱਖਾ ਸਰੀਰ ਕਦੇ ਵੀ ਨਹੀਂ ਧਾਰਦਾ। ਸੋ ਮੁਖ ਜੜੋ ਜਿਤ ਕਹਿ ਠਾਕੁਰ ਜੂਨੀ। ਜੇ ਬੇਅੰਤ ਪ੍ਰਭੂ ਮਨੁੱਖਾ ਸਰੀਰ ਧਾਰ ਲਿਆ, ਸਪੈਸ਼ਲ ਆਉਂਦਾ ਹੈ, ਤਾਂ ਸਮਝ ਲਓ ਉਹ ਗੁਰੂ ਰਵਿਦਾਸ ਦਾ ਰੱਬ ਨਹੀਂ ਹੈ। ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਰਵਿਦਾਸ ਮਹਾਰਾਜ ਕਹਿ ਰਹੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਇਸ ਗੱਲ ਤੇ ਮੋਹਰ ਲਾ ਰਹੇ ਨੇ। ਸੋ ਮੁਖ ਜੜੋ ਜਿਤ ਕਹਿ ਠਾਕੁਰ ਜੋਨੀ। ਉਹਦਾ ਮੂੰਹ ਸੜ ਜਾਵੇ ਜਿਹੜਾ ਰੱਬ ਨੂੰ ਜੂਨਾਂ ਦੇ ਵਿੱਚ ਪਾਉਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮੂਲ ਮੰਤਰ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ, ਕਲੀਅਰ ਕਰ ਦਿੱਤਾ, ਅਜੂਨੀ ਜੂਨਾਂ ਦੇ ਵਿੱਚ ਰੱਬ ਨਹੀਂ ਪੈਂਦਾ। ਜਿਹੜਾ ਰੱਬ ਗੁਰੂ ਨਾਨਕ ਦਾ ਹੈ, ਜਿਹੜਾ ਰੱਬ ਗੁਰੂ ਕਬੀਰ, ਗੁਰੂ ਨਾਮਦੇਵ, ਗੁਰੂ ਧੰਨਾ, ਗੁਰੂ ਸੈਣ, ਸਤਿਗੁਰ ਬਾਬਾ ਫਰੀਦ ਸਾਹਿਬ ਦਾ ਹੈ, ਉਹੀ ਰੱਬ ਗੁਰੂ ਰਵਿਦਾਸ ਮਹਾਰਾਜ ਜੀ ਦਾ ਹੈ। ਜੇ ਉਹ ਬੇਅੰਤ ਪ੍ਰਭੂ ਦਾ ਤੁਸੀਂ ਸਰਗੁਣ ਸਰੂਪ ਵੇਖਣਾ ਹੈ ਤਾਂ ਪੂਰੀ ਕਾਇਨਾਤ ਵੇਖੋ। ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਜੇ ਵਡਾਪ ਤੇਵੜ ਤੇਰੀ ਦਾਤ ਹੈ। ਇਹਨੂੰ ਆਪਾਂ ਇਸ ਤਰੀਕੇ ਨਾਲ ਸਮਝਣਾ ਕਿ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅਕਾਲ ਪੁਰਖ ਹੈ ਉਹ ਕੋਈ ਛੋਟਾ ਮੋਟਾ ਨਹੀਂ, ਉਹ ਬਹੁਤ ਵੱਡਾ ਤੇ ਬਹੁਤ ਬੇਅੰਤ ਹੈ। ਰੂਪ ਰੇਖ ਨਾ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਫੈਸਲਾ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਜੀ ਬਾਰ-ਬਾਰ ਕਹਿ ਰਹੇ ਨੇ ਵੀ ਉਹ ਜਿਹੜਾ ਰੱਬ ਹੈ, ਉਹ ਜਿਹੜਾ ਅਕਾਲ ਪੁਰਖ ਹੈ, ਉਹ ਪਹੁੰਚ ਤੋਂ ਪਰੇ ਹੈ, ਬੇਅੰਤ ਹੈ। ਇਸ ਲਈ ਸਾਨੂੰ ਸਾਡੇ ਸਤਿਗੁਰਾਂ ਨੇ, ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿੰਨੇ ਸੌਖੇ ਤਰੀਕੇ ਨਾਲ ਸਮਝਾਇਆ ਉਹ ਰੱਬ ਹੈ ਕਿੱਥੇ ਹੈ, ਕਿਵੇਂ ਵਸਦਾ, ਉਹ ਪੂਰੇ ਸ਼ਬਦ ਵਿੱਚ ਸਾਡੇ ਸਾਹਮਣੇ ਆ ਜਾਏਗਾ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਮੈਨੂੰ ਸਮਝ ਲੱਗੀ ਸਾਡੇ ਕੋਲੋਂ ਜਾਣ ਬੁੱਝ ਕੇ ਗਲਤੀਆਂ ਹੋ ਗਈਆਂ, ਜਾਂ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਗਈਆਂ। ਅਸੀਂ ਪਰਮੇਸ਼ਰ ਤੋਂ, ਅਸੀਂ ਰੱਬ ਤੋਂ ਟੁੱਟ ਕੇ ਬੈਠ ਗਏ। ਹੁਣ ਟੁੱਟ ਗਏ ਤੇ ਸਾਨੂੰ ਸਮਝ ਲੱਗ ਗਈ, ਮੈਨੂੰ ਸਮਝ ਲੱਗ ਗਈ ਕਿ ਰੱਬ ਦੇ ਵਿੱਚ ਤੇ ਸਾਡੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਹੈਗਾ। ਇਸ ਕਰਕੇ ਰੱਬ ਨੂੰ ਬੜੇ ਪਿਆਰ ਦੇ ਵਿੱਚ, ਨਿਮਰਤਾ ਦੇ ਵਿੱਚ ਆਖ ਰਹੇ ਨੇ, ਬਾਪੂ ਹੇ ਅਕਾਲ ਪੁਰਖ, ਹੇ ਅਨੰਤ, ਤੂੰ ਸਾਡੇ ਹੁਣ ਜਿਹੜੇ ਪਾਪ ਕੀਤੇ ਹੋਏ ਨੇ ਇਹਨਾਂ ਨੂੰ ਦੂਰ ਕਰ। ਕਿਉਂ ਦੂਰ ਕਰ, ਕੀ ਕਾਰਨ ਹੈ? ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜੇ ਅਸੀਂ ਪਾਪ ਕੀਤੇ ਤਾਂ ਤੂੰ ਬਖਸ਼ਣਹਾਰਾ ਹੈ, ਹੁਣ ਕਰ ਮਾਫ ਸਾਡੇ ਪਾਪ। ਜਿਵੇਂ ਸਤਿਗੁਰੂ ਨਾਮਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਬਦਹੋ ਕੀ ਨਾ ਹੋੜ ਮਾਧੋ ਮੋਹ ਸਿਓ, ਠਾਕੁਰ ਤੇ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸੋ। ਕਹਿੰਦੇ ਮੇਰੇ ਨਾਲ ਵਿਚਾਰ ਕਰਕੇ ਤਾਂ ਵੇਖ, ਇਹ ਗੱਲ ਸੱਚੀ ਹੈ ਕਿ ਠਾਕੁਰ ਤੇ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸੋ। ਮਾਲਕ ਤੋਂ ਪਤਾ ਲੱਗ ਜਾਂਦਾ ਵੀ ਇਹਦਾ ਸੇਵਕ ਕਿਹੋ ਜਿਹਾ ਹੋਏਗਾ, ਸੇਵਕ ਤੋਂ ਪਤਾ ਲੱਗ ਜਾਂਦਾ ਵੀ ਇਹਦਾ ਮਾਲਕ ਕਿਹੋ ਜਿਹਾ ਹੋਏਗਾ। ਇਸ ਕਰਕੇ ਜਗਤ ਪਿਤਾ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ, ਓਏ ਅਸੀਂ ਪਾਪੀ ਸੀ, ਸਾਨੂੰ ਪਤਾ ਲੱਗ ਗਿਆ ਵੀ ਸਾਡਾ ਜਿਹੜਾ ਮਾਲਕ ਹੈ ਉਹ ਪਾਪਾਂ ਨੂੰ ਬਖਸ਼ ਦਿੰਦਾ, ਖਤਮ ਕਰ ਦਿੰਦਾ ਹੈ। ਜੋ ਪੈ ਹਮ ਨਾ ਪਾਪ ਕਰੰਤਾ, ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਪ ਨਾ ਕਰਦੇ ਤਾਂ ਸੱਚੇ ਪਾਤਸ਼ਾਹ ਜੀ ਤੁਸੀਂ ਕਿਵੇਂ ਬਖਸ਼ਣਾ ਸੀ? ਅਸੀਂ ਪਾਪ ਜਾਣ ਬੁੱਝ ਕੇ ਨਹੀਂ ਕੀਤੇ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਨਹੀਂ ਕਹਿ ਰਹੇ ਵੀ ਪਾਪ ਕਰੀ ਚੱਲੋ, ਜਿੰਨੇ ਤੁਸੀਂ ਪਾਪ ਕਰੋਗੇ ਉਹ ਅੱਗੇ ਬਖਸ਼ੀ ਜਾਏਗਾ। ਇਹ ਗੱਲ ਮਤ ਸਮਝਣਾ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨਿਮਰਤਾ ਦੇ ਵਿੱਚ, ਪਿਆਰ ਦੇ ਵਿੱਚ ਆ ਕੇ, ਕਿਉਂਕਿ ਦੋਵੇਂ ਆਪਸ ਦੇ ਵਿੱਚ, ਅਕਾਲ ਪੁਰਖ ਤੇ ਰੱਬ ਆਪਸ ਦੇ ਵਿੱਚ ਘੁਲ ਮਿਲ ਗਏ, ਤੇ ਤਾਂ ਆਪ ਜੀ ਬੇਨਤੀ ਕਰ ਰਹੇ ਨੇ, ਊਚ ਤੇ ਊਚ ਨਾਮ ਦਿਓ ਸਮਦਰਸੀ, ਰਵਿਦਾਸ ਠਾਕੁਰ ਬਣ ਆਈ। ਉਹ ਗੁਰੂ ਰਵਿਦਾਸ ਮਹਾਰਾਜ ਜੀ ਦੀ ਰੱਬ ਦੇ ਨਾਲ ਸਿੱਧੀ ਗੱਲਬਾਤ ਹੈ, ਕੋਈ ਫਰਕ ਨਹੀਂ। ਹੁਣ ਆਪਸ ਦੇ ਵਿੱਚ ਜਦੋਂ ਗੱਲਬਾਤ ਕਰ ਰਹੇ ਨੇ ਤਾਂ ਆਖ ਰਹੇ ਨੇ। ਇੱਕ ਉਦਾਹਰਨ ਦੇ ਦਿਆਂ ਮੈਂ, ਉਦਾਹਰਨ ਦੇ ਨਾਲ ਤੁਸੀਂ ਛੇਤੀ ਸਮਝੋਗੇ। ਹੁਣ ਜਿਵੇਂ ਲੋਕਡਾਊਨ ਲੱਗਿਆ ਸੀ, ਲੋਕਡਾਊਨ ਦੇ ਵਿੱਚ ਤੁਹਾਨੂੰ ਪਤਾ ਵੀ ਜਿੰਨੇ ਵੀ ਆਪਣੇ ਦੇਸ਼ ਦੇ ਲੋਕ ਸੀ, ਵੈਸੇ ਤਾਂ ਪੂਰੀ ਦੁਨੀਆ ਦੇ ਵਿੱਚ ਇਹਦਾ ਪ੍ਰਕੋਪ ਚੱਲ ਰਿਹਾ, ਪੂਰੀ ਦੁਨੀਆ ਹੀ ਰੁਕ ਗਈ ਸੀ। ਹੁਣ ਆਪਣੇ ਦੇਸ਼ ਦੇ ਵਿੱਚ ਜਿਹੜੇ ਮਜ਼ਦੂਰ ਸੀ, ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀ, ਜਾਂ ਕਈਆਂ ਦੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਸੀ, ਜਿਹੜੇ ਤਾਂ ਆਪਣੇ ਮਾਲਕ ਦੇ ਨਾਲ ਖੁੱਲ੍ਹੇ ਹੋਏ ਨੇ, ਵਧੀਆ ਵਿਚਾਰਾਂ ਚੱਲਦੀਆਂ ਨੇ, ਹੈ ਨਾ। ਇਹ ਰਿਸ਼ਤੇਦਾਰੀ ਵਾਲਾ ਹਿਸਾਬ ਕਿਤਾਬ ਹੈ ਉਹਨਾਂ ਦਾ, ਆਪਸ ਦੇ ਵਿੱਚ ਭੈਣ ਭਾਈ ਵਾਲਾ ਸੰਬੰਧ ਹੈ ਉਹਨਾਂ ਦਾ। ਤਾਂ ਉਹ ਜਿਹੜਾ ਸੇਵਕ ਆ, ਜਿਹੜਾ ਉਹ ਨੌਕਰ ਆ, ਜਿਹੜਾ ਆਪਣੇ ਮਾਲਕ ਕੋਲੇ ਕੰਮ ਕਰਦਾ ਵਾ, ਉਹ ਆਪਣੇ ਮਾਲਕ ਨੂੰ ਪਿਆਰ ਦੇ ਵਿੱਚ ਇਹ ਵੀ ਕਹਿੰਦਾ ਸੁਣਿਆ ਹੋਏਗਾ
ਵੀ ਮਾਲਕ ਜੀ ਤੁਹਾਨੂੰ ਪਤਾ ਹੁਣ 2-2.5 ਮਹੀਨੇ ਲੋਕਡਾਊਨ ਲੱਗਿਆ, ਮੈਨੂੰ ਖਰਚਾ ਪਾਣੀ ਦੇ ਦਿਓ, 2-4 ਹਜ਼ਾਰ 5 ਹਜ਼ਾਰ 10 ਹਜ਼ਾਰ ਰੁਪਈਆ ਮੈਨੂੰ ਦੇ ਦਿਓ। ਉਹਨੇ ਕਿਹਾ ਨਾ ਜਾ ਕੇ। ਅਤੇ ਜਦੋਂ ਜਿਨ੍ਹਾਂ ਦਾ ਪਿਆਰ ਆ ਅਤੇ ਉਹ ਤਾਂ ਇਹ ਵੀ ਕਹਿੰਦੇ ਹੋਣਗੇ ਉਹ ਦੇ ਦਿਓ 5-7 10 ਹਜ਼ਾਰ 20 ਹਜ਼ਾਰ ਦੇ ਦਿਓ ਮਾਲਕ ਜੀ, ਤੁਹਾਨੂੰ ਕਿਹੜਾ ਘਾਟਾ ਪੈਣਾ, ਉਹ ਸਾਡੇ ਕਰਕੇ ਤੁਸੀਂ ਮਾਲਕ ਬਣੇ ਹੋ। ਤੁਹਾਡੇ ਕੋਲ ਇੱਕ ਫੈਕਟਰੀ ਹੁੰਦੀ ਸੀ, ਅਸੀਂ ਕਿੰਨੀਆਂ ਅਜੇ ਤੁਹਾਡੀ ਫੈਕਟਰੀਆਂ ਦੇ ਵਿੱਚ 10 ਜਣਿਆਂ ਨੇ ਕੰਮ ਕੀਤਾ, ਅੱਜ ਤੁਹਾਡੀਆਂ 10 ਫੈਕਟਰੀਆਂ ਨੇ ਅਤੇ 100 ਬੰਦਾ ਕੰਮ ਕਰਦਾ। ਸਾਡੇ ਕਰਕੇ ਤੁਹਾਡੀ ਹਸਤੀ ਹੈ ਨਾ। ਅਸੀਂ ਮਿਹਨਤ ਕੀਤੀ, ਤੁਹਾਡੀ ਇੱਕ ਫੈਕਟਰੀ ਦੀ ਜਗ੍ਹਾ 'ਤੇ 10 ਫੈਕਟਰੀਆਂ ਬਣਾ ਦਿੱਤੀਆਂ। ਇਹ ਮਾਲਕ ਅਤੇ ਮਜ਼ਦੂਰ ਆਪਸ ਦੇ ਵਿੱਚ ਪਿਆਰ ਸੰਬੰਧੀ ਗੱਲ ਕਰਦੇ ਨੇ। ਕਹਿੰਦੇ ਪੈਸੇ ਦੇ ਦੇ ਸਾਨੂੰ ਮਾਲਕਾ, ਇਹ ਕਿਉਂ ਕਰਦਾ ਯਾਰ, ਸਾਡੇ ਕਰਕੇ ਤੂੰ ਕਰੋੜਪਤੀ ਬਣਿਆ, ਅਰਬਾਂਪਤੀ ਬਣਿਆ। ਜੇ ਅਸੀਂ ਨਾ ਹੁੰਦੇ ਅਰਬਾਂਪਤੀ ਬਣ ਜਾਂਦਾ, ਜੇ ਅਸੀਂ ਨਾ ਹੁੰਦੇ ਕਰੋੜਾਂਪਤੀ ਬਣ ਜਾਂਦਾ। ਸਾਡੇ 'ਤੇ ਅੱਜ ਮੁਸੀਬਤ ਪਈ ਹੈ, ਅਸੀਂ ਤਾਂ ਤੇਰੇ ਦਰ 'ਤੇ ਚੱਲ ਕੇ ਆਏ ਹਾਂ। ਆਪਣੇ ਫੈਕਟਰੀਆਂ ਦੇ ਮਾਲਕ ਨੂੰ, ਆਪਣੇ ਕਾਰਖਾਨਿਆਂ ਦੇ ਮਾਲਕ ਨੂੰ ਮਜ਼ਦੂਰ ਕਹਿੰਦੇ, ਤੁਸੀਂ ਸੁਣਿਆ ਹੋਣਗੇ, ਕਿਉਂਕਿ ਉਹਨਾਂ ਦੇ ਵਿੱਚ ਪਿਆਰ ਹੀ ਇੰਨਾ। ਇਹੀ ਗੱਲ ਹੁਣ ਤੁਸੀਂ ਇਸ ਸ਼ਬਦ ਦੇ ਵਿੱਚ ਲਾ ਕੇ ਵੇਖੋ। ਹੁਣ ਤੁਸੀਂ ਉੱਥੇ ਨੋਟ ਕਰਿਓ ਇਹ ਗੱਲ ਵੀ ਉਹ ਜਿਹੜਾ ਮਜ਼ਦੂਰ ਆ ਉਹ ਮਿਹਣਾ ਨਹੀਂ ਮਾਰ ਰਿਹਾ ਵੀ ਅਸੀਂ ਫੈਕਟਰੀਆਂ ਲਾਈਆਂ, ਅਸੀਂ ਮਿਹਨਤ ਕੀਤੀ ਤਾਂ ਤੂੰ ਬਣਿਆ। ਉਹ ਪਿਆਰ ਦੇ ਵਿੱਚ ਜਦੋਂ ਦੋਨੇ ਭਿੱਜੇ ਹੋਏ ਨੇ ਨਾ, ਦੋਨੇ ਗੱਲ ਕਰ ਰਹੇ ਨੇ। ਮਾਲਕ ਕਹਿੰਦਾ ਹਾਂ ਯਾਰ ਮੈਨੂੰ ਪਤਾ ਵੀ ਇਹ ਗੱਲ ਨਾਲ ਮੈਂ ਤੇਰੀ ਨਾਲ ਸਹਿਮਤ ਹਾਂ ਵੀ ਜੇ ਤੁਸੀਂ ਮੇਰੇ ਵਾਲੇ ਇਹਦੇ ਵਿੱਚ ਫੈਕਟਰੀ 'ਚ ਕੰਮ ਕੀਤਾ, ਅੱਜ ਮੈਂ ਕਰੋੜਾਂਪਤੀ ਬਣਿਆ ਹੋਇਆ, ਮੇਰੇ ਕੋਲ ਬਹੁਤ ਪੈਸੇ ਨੇ, ਮੈਂ ਸਮਝਦਾ। ਅਤੇ ਫਿਰ ਉਹ ਜਿਹੜਾ ਸਿਆਣਾ ਮਾਲਕ ਆ ਨਾ, ਉਹ ਆਪਣੇ ਨੌਕਰਾਂ ਦੀ, ਉਹ ਆਪਣੇ ਸੇਵਕਾਂ ਦੀ, ਜਿਹੜੇ ਉਹਦੇ ਕੋਲ ਕਾਮੇ ਮਜ਼ਦੂਰ ਕੰਮ ਕਰਦੇ ਨੇ, ਉਹਨਾਂ ਨੂੰ ਪੈਸੇ ਦਿੰਦਾ ਅਤੇ ਉਹਨਾਂ ਦਾ ਜੀਵਨ ਸੰਵਾਰਦਾ। ਇੱਥੇ ਹੀ ਗੁਰੂ ਰਵਿਦਾਸ ਮਹਾਰਾਜ ਜੀ ਪੋਜ਼ੀਟਿਵ ਪੱਖ ਤੋਂ ਲੈ ਕੇ ਚੱਲਣਾ ਇਹ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਪ ਕਰੀ ਚੱਲੀਏ ਅਤੇ ਉਹ ਬਖਸ਼ੀ ਜਾਏਗਾ। ਇੱਥੇ ਗੁਰੂ ਰਵਿਦਾਸ ਮਹਾਰਾਜ ਇਹ ਨਹੀਂ ਕਹਿ ਰਹੇ। ਇੱਥੇ ਗੁਰੂ ਰਵਿਦਾਸ ਮਹਾਰਾਜ ਉਹ ਮਜ਼ਦੂਰਾਂ ਵਾਂਗ ਹੀ ਗੱਲ ਕਰ ਰਹੇ ਨੇ, ਕਿਉਂਕਿ ਅਕਾਲ ਪੁਰਖ ਦੇ ਵਿੱਚ ਅਤੇ ਗੁਰੂ ਰਵਿਦਾਸ ਮਹਾਰਾਜ ਦੇ ਵਿੱਚ ਫਰਕ ਹੀ ਕੋਈ ਨਹੀਂ ਰਿਹਾ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਨੇ, ਉਹ ਜੇ ਸਾਡੇ ਕੋਲੋਂ ਯਾਰ ਪਾਪ ਹੋ ਗਏ ਰੱਬਾ, ਜੇ ਅਸੀਂ ਜਾਣੇ ਅਣਜਾਣੇ ਵਿੱਚ ਗਲਤੀਆਂ ਕਰ ਬੈਠੇ, ਅਤੇ ਫਿਰ ਤੁਸੀਂ ਕਾਹਦੇ ਲਈ ਹੋ? ਪਾਪ ਮਾਫ ਕਿਹਨੇ ਕਰਨੇ ਨੇ? ਤੁਸੀਂ ਉਹ ਕਰਨੇ ਨੇ। ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਓਏ ਅਸੀਂ ਪਾਪੀਆਂ ਨੇ ਪਾਪ ਕੀਤੇ ਅਤੇ ਤੁਸੀਂ ਬਖਸ਼ਣਹਾਰੇ ਬਣੇ ਹੋ ਅਤੇ ਸਾਨੂੰ ਬਖਸ਼ ਦਿਓ। ਹਾਂ, ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਅੱਗੇ ਤੇ ਇਹ ਪਾਪ ਨਹੀਂ ਕਰਾਂਗੇ। ਉਹ ਜਿਵੇਂ ਮਜ਼ਦੂਰ ਕਹਿੰਦੇ ਨੇ ਨਾ ਵੀ ਐਤਕੀ ਸਾਡੀ ਮਦਦ ਕਰ ਦਿਓ, ਵੀ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਹੋ ਜਾਣਾ ਸਿਸਟਮ, ਕੀ ਪਤਾ ਤੁਹਾਡੇ ਤੋਂ ਪੈਸੇ ਮੰਗਣ ਦੀ ਲੋੜ ਪਵੇ ਹੀ ਨਾ। ਸਿਆਣੇ ਕਹਿੰਦੇ ਨੇ ਨਾ, ਪੱਥਰਾਂ ਤੋਂ ਠੋਕਰ ਖਾਣੀ ਮਾੜੀ ਗੱਲ ਨਹੀਂ, ਪਰ ਇੱਕ ਪੱਥਰ ਤੋਂ ਬਾਰ-ਬਾਰ ਠੋਕਰ ਖਾਣੀ ਮਾੜੀ ਗੱਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਗੱਲ ਸਮਝਾ ਰਹੇ ਨੇ। ਜੇ ਸਾਡੀ ਜ਼ਿੰਦਗੀ ਦੇ ਵਿੱਚ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ, ਕਿਉਂਕਿ ਅਸੀਂ ਮਨੁੱਖ ਹਾਂ, ਗਲਤੀਆਂ ਦੇ ਪੁਤਲੇ ਹਾਂ, ਗਲਤੀਆਂ ਹੋ ਜਾਂਦੀਆਂ ਨੇ, ਪਰ ਉਹੀ ਗਲਤੀਆਂ ਬਾਰ-ਬਾਰ ਨਹੀਂ ਹੋਣੀਆਂ ਚਾਹੀਦੀਆਂ, ਫਿਰ ਉਹ ਨਹੀਂ ਮਾਲਕ ਬਖਸ਼ਦਾ। ਇਸ ਕਰਕੇ ਗੁਰੂ ਰਵਿਦਾਸ ਮਹਾਰਾਜ ਜੀ ਇੱਥੇ ਪੋਜ਼ੀਟਿਵ ਪੱਖ ਦੇ ਵਿੱਚ ਗੱਲ ਕਰ ਰਹੇ ਨੇ, ਇਹਨੂੰ ਨੈਗੇਟਿਵ ਪੱਖ ਦੇ ਵਿੱਚ ਨਾ ਲੈ ਕੇ ਜਾਇਓ, ਨਹੀਂ ਅਰਥਾਂ ਦਾ ਅਨਰਥ ਹੋ ਜਾਏਗਾ। ਇੱਥੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਹੋ ਸੱਚੇ ਪਾਤਸ਼ਾਹ, ਓਏ ਰੱਬਾ, ਓਏ ਅਕਾਲ ਪੁਰਖ, ਤੇਰੇ ਦਰ 'ਤੇ ਬੈਠੇ ਹਾਂ ਯਾਰ, ਪਤਤ ਪਾਵਨ ਨਾਮ ਕੈਸੇ ਹੁੰਤਾ। ਓਏ ਅਸੀਂ ਪਾਪੀਆਂ ਤੋਂ ਪਾਪ ਹੋ ਗਏ, ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਗਈਆਂ, ਪਰ ਕੋਈ ਪਰਵਾਹ ਨਹੀਂ, ਤੂੰ ਬੈਠਾ ਸਾਡੇ ਔਗਣਾਂ ਨੂੰ ਬਖਸ਼ਣਹਾਰਾ। ਪਤਤ ਪਾਵਨਾ, ਤੂੰ ਸਾਡੇ ਪਾਪੀਆਂ ਨੂੰ ਬਖਸ਼ਣਹਾਰ ਹੈ। ਜੇ ਅਸੀਂ ਪਾਪ ਨਾ ਕਰਦੇ ਤੈਨੂੰ ਬਖਸ਼ਣਹਾਰਾ ਕਿਸੇ ਨੇ ਕਹਿਣਾ ਸੀ? ਜਿਵੇਂ ਉਹ ਮਜ਼ਦੂਰ ਕਹਿ ਰਹੇ ਨੇ ਵੀ ਜੇ ਅਸੀਂ ਤੁਹਾਡੀ ਫੈਕਟਰੀ ਦੇ ਵਿੱਚ ਕੰਮ ਨਾ ਕਰਦੇ ਤਾਂ ਤੁਸੀਂ ਕਰੋੜਾਂਪਤੀ ਕਿਵੇਂ ਬਣ ਜਾਂਦੇ, ਤੁਹਾਨੂੰ ਮਾਲਕ ਕਿਸੇ ਨੇ ਕਹਿਣਾ ਸੀ? ਉਹ ਮਿਹਣਾ ਨਹੀਂ ਮਾਰ ਰਹੇ ਮਜ਼ਦੂਰ, ਉਹ ਪਿਆਰ ਨਾਲ ਕਹਿ ਰਹੇ ਨੇ, ਕਿਉਂਕਿ ਪਿਆਰ ਦੇ ਵਿੱਚ ਭਿੱਜੇ ਹੋਏ ਨੇ ਅਤੇ ਮਾਲਕ ਵੀ ਅੱਗੇ ਗੁੱਸਾ ਨਹੀਂ ਕਰਦਾ, ਉਹ ਵੀ ਅੱਗਿਓਂ ਪੈਸੇ ਦੇ ਦਿੰਦਾ। ਇਹੀ ਗੱਲ ਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਨੇ। ਅਕਾਲ ਪੁਰਖ ਜੀ, ਅਸੀਂ ਪਾਪ ਕੀਤੇ ਅਤੇ ਤੁਸੀਂ ਬਖਸ਼ਣਹਾਰੇ ਬਣ ਗਏ, ਕਰੋ ਕਿਰਪਾ, ਹੁਣ ਕੱਟੋ ਪਾਪ ਸਾਡੇ। ਬੜੀ ਸੋਹਣੀ ਉਦਾਹਰਨ ਦਿੱਤੀ ਓਏ ਬਾਪੂ ਨੇ ਸਾਡੇ ਨੇ, ਐਡੀ ਕਮਾਲ ਦੀ ਉਦਾਹਰਨ, ਵਾਹ ਜੀ ਵਾਹ। ਮੈਂ ਕਹਿੰਦਾ ਰੰਗ ਲਾ ਦਿੱਤੇ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਅਕਾਲ ਪੁਰਖ ਬੇਅੰਤ ਅੱਗੇ। ਹੁਣ ਨੋਟ ਕਰਿਓ, ਇਹ ਬਾਹਰਲੇ ਰੱਬ ਨਾਲ ਨਹੀਂ ਗੁਰੂ ਰਵਿਦਾਸ ਮਹਾਰਾਜ ਜੀ ਗੱਲ ਕਰ ਰਹੇ, ਓਏ ਗੁਰੂ ਰਵਿਦਾਸ ਮਹਾਰਾਜ ਦੇ ਹਿਰਦੇ ਵਿੱਚ ਰੱਬ ਵਸਿਆ ਹੋਇਆ। ਗੁਰੂ ਰਵਿਦਾਸ ਮਹਾਰਾਜ ਹੁਣ ਖੁਦ ਰੱਬ ਦਾ ਰੂਪ ਬਣੇ ਬੈਠੇ ਨੇ, ਅੰਦਰੋਂ ਅੰਦਰੀ ਗੱਲ ਕਰ ਰਹੇ ਨੇ ਸਾਨੂੰ ਸਮਝਾਉਣ ਦੀ ਖਾਤਰ, ਪਰ ਅਸੀਂ ਸਤਿਗੁਰਾਂ ਦੀ ਬਾਣੀ ਨਹੀਂ ਪੜ੍ਹੀ, ਨਹੀਂ ਸਮਝੀ, ਬਸ ਇੱਥੇ ਹੀ ਅਲਝ ਕੇ ਰਹਿ ਗਏ ਅਸੀਂ। ਗੁਰੂ ਰਵਿਦਾਸ ਮਹਾਰਾਜ ਜੀ ਦੇ ਰੱਬ ਦਾ ਨਹੀਂ ਪਤਾ ਲੱਗਿਆ ਸਾਨੂੰ,
ਜਿੰਨਾ ਤੱਕ ਰੱਬ ਦਾ ਨਹੀਂ ਪਤਾ ਲੱਗੇਗਾ ਉਹਨਾਂ ਤੱਕ ਅਸੀਂ ਵਹਿਮਾਂ ਭਰਮਾਂ ਪਖੰਡਾਂ ਮੂਰਤੀ ਪੂਜਾ ਜਾਂ ਹੋਰ ਕਰਮ ਕਾਂਡਾਂ ਵਿੱਚ ਫਸੇ ਰਵਾਂਗੇ। ਜੇਕਰ ਸਾਨੂੰ ਕੋਈ ਰੱਬ ਬਾਰੇ ਸਮਝਾ ਸਕਦਾ, ਗੁਰੂ ਰਵਿਦਾਸ ਦੇ ਰੱਬ ਬਾਰੇ ਸਮਝਾ ਸਕਦਾ, ਉਹ ਕੋਈ ਨਹੀਂ ਹੈ। ਉਹ ਸਿਰਫ ਤੇ ਸਿਰਫ ਗੁਰੂ ਰਵਿਦਾਸ ਮਹਾਰਾਜ ਜੀ ਖੁਦ ਨੇ। ਉਹਨਾਂ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਜੋ ਸਮਝਾ ਸਕਦੀ ਹੈ। ਰਹਾਉ ਵਾਲਾ ਬੰਦ ਇੱਥੇ ਸਾਨੂੰ ਇਹ ਉਪਦੇਸ਼ ਕਰ ਰਿਹਾ ਹੈ। ਹੁਣ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ ਪਹਿਲੇ ਬੰਦ ਵਿੱਚ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹੁਣ ਕਹਿੰਦੇ ਤੇਰੇ ਵਿੱਚ ਤੇ ਮੇਰੇ ਵਿੱਚ ਕਿਹੋ ਜਿਹਾ ਫਰਕ ਹੈ ਰੱਬ ਜੀ? ਸਾਡੇ ਵਿੱਚ ਤੇ ਤੁਹਾਡੇ ਵਿੱਚ ਫਰਕ ਪਤਾ ਕਿਹੋ ਜਿਹਾ? ਜਿਵੇਂ ਇੱਕ ਸੋਨੇ ਦਾ ਬਹੁਤ ਵੱਡਾ ਪਹਾੜ ਹੋਵੇ, ਇੱਕ ਸੋਨੇ ਦਾ ਛੋਟਾ ਜਿਹਾ ਕੜਾ ਹੋਵੇ, ਪਰ ਉਹ ਛੋਟਾ ਜਿਹਾ ਕੜਾ ਹੈ ਤਾਂ ਸੋਨੇ ਦਾ ਹੀ ਰੂਪ ਨਾ। ਇਹ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਇਹ ਸੋਨਾ ਨਹੀਂ, ਭਾਵੇਂ ਉਹਦੀ ਹਸਤੀ ਛੋਟੀ ਹੈ, ਉਹ ਇੱਕ ਗਹਿਣਾ ਹੈ, ਪਰ ਹੈ ਸੋਨੇ ਦਾ ਹੀ ਹੈ, ਸੋਨੇ ਦੇ ਪਹਾੜ ਦਾ ਹੀ ਰੂਪ। ਜਲ ਤਰੰਗ ਜੈਸਾ, ਜਿਵੇਂ ਜਲ ਅਤੇ ਤਰੰਗ, ਸਮੁੰਦਰ ਦੇ ਵਿੱਚ ਹਵਾ ਆਉਂਦੀ ਹੈ, ਸੱਜੇ ਪਾਸਿਓਂ ਆਵੇ ਖੱਬੇ ਪਾਸਿਓਂ ਆਵੇ, ਆਪਸ ਦੇ ਵਿੱਚ ਟਕਰਾ ਕੇ ਲਹਿਰਾਂ ਬਣਦੀਆਂ ਨੇ, ਪਰ ਜਿਹੜੀਆਂ ਉਹ ਲਹਿਰਾਂ ਨੇ ਹੁੰਦੀਆਂ ਸਮੁੰਦਰ ਦਾ ਹੀ ਰੂਪ ਨੇ, ਸਮੁੰਦਰ ਤੋਂ ਵੱਖ ਨਹੀਂ ਹੁੰਦੀਆਂ। ਭਾਵੇਂ ਕਿ ਛੱਲਾਂ ਵੱਜਣ ਕਰਕੇ ਪਾਣੀ ਤੋਂ ਉੱਪਰ ਉੱਠਦੀਆਂ ਨੇ ਸਮੁੰਦਰ ਤੋਂ, ਹੁੰਦੀਆਂ ਸਮੁੰਦਰ ਦਾ ਹੀ ਰੂਪ ਨੇ। ਇਸ ਕਰਕੇ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਇਹ ਜੋ ਕਾਇਨਾਤ ਅਕਾਲ ਪੁਰਖ ਜੀ ਆਪ ਜੀ ਨੇ ਸਾਜੀ ਹੈ, ਬਣਾਈ ਹੈ, ਇਹਦਾ ਅਸੀਂ ਹਿੱਸਾ ਹਾਂ, ਅਸੀਂ ਵੀ ਇਹਦੇ ਵਿੱਚ ਆਉਂਦੇ ਹਾਂ। ਭਾਵ ਤੇਰੇ ਵਿੱਚ ਤੇ ਸਾਡੇ ਵਿੱਚ ਫਰਕ ਹੀ ਕੋਈ ਨਹੀਂ। ਜੋ ਕਾਇਨਾਤ ਦੇ ਵਿੱਚ ਤੂੰ ਡੇਰਾ ਲਾ ਕੇ ਬੈਠਾ ਨਾ, ਬਲਿਹਾਰੀ ਕੁਦਰਤ ਵਸਿਆ ਨਿਯਮਾਂ ਦੇ ਵਿੱਚ, ਗੁਣਾਂ ਦੇ ਵਿੱਚ ਬੈਠਾ, ਸਾਡੇ ਅੰਦਰ ਵੀ ਤੂੰ ਨਿਯਮਾਂ ਦੇ ਵਿੱਚ ਤੇ ਗੁਣਾਂ ਦੇ ਵਿੱਚ ਬੈਠਾ ਹੈ। ਇੱਥੇ ਸਤਿਗੁਰੂ ਜੀ ਇਹ ਕਲੀਅਰ ਕਰ ਰਹੇ ਨੇ। ਅੱਗੇ ਆਖਦੇ ਨੇ ਦੂਸਰੇ ਬੰਦ ਵਿੱਚ, ਤੁਮ ਜੋ ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਤੁਸੀਂ ਸਾਡੇ ਨਾਇਕ ਹੋ, ਆਗੂ ਹੋ, ਸਿੱਧੇ ਰਾਹੇ ਪਾਉਣ ਵਾਲੇ ਹੋ, ਤੁਸੀਂ ਸਾਨੂੰ ਤਾਰਨ ਵਾਲੇ ਹੋ, ਅੰਤਰਜਾਮੀ ਹੋ, ਸਾਡੇ ਅੰਦਰਲਾ ਜਾਣਦੇ ਹੋ। ਕਹੋ ਰਵਿਦਾਸ ਹਾਥ ਪੈ ਨੇਰੇ, ਗੁਰੂ ਰਵਿਦਾਸ ਮਹਾਰਾਜ ਕਹਿੰਦੇ ਉਹਦਾ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਭਾਵ ਸਾਡੇ ਦਿਮਾਗ ਦੇ ਵਿੱਚ, ਸੁਰਤ ਦੇ ਵਿੱਚ ਵਸ ਰਿਹਾ ਹੈ, ਨਿਯਮਾਂ ਦੇ ਵਿੱਚ, ਨਿਯਮਾਂ ਵਿੱਚ, ਸਾਡੇ ਸਰੀਰ ਵਿੱਚ ਵਸ ਰਿਹਾ ਹੈ, ਪਰ ਉਹਦਾ ਅਸੀਂ ਅੰਤ ਨਹੀਂ ਪਾ ਸਕਦੇ। ਤੁਮ ਜੋ ਨਾਇਕ ਆਤਸ਼ੋ ਅੰਤਰਜਾਮੀ, ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਸੇਵਕ ਤੋਂ ਪਤਾ ਲੱਗ ਜਾਂਦਾ ਉਹਦਾ ਮਾਲਕ ਕਿਹੋ ਜਿਹਾ ਹੈ, ਮਾਲਕ ਤੋਂ ਪਤਾ ਲੱਗ ਜਾਂਦਾ ਵੀ ਇਹਦਾ ਸੇਵਕ ਕਿਹੋ ਜਿਹਾ ਹੈ। ਇਸ ਕਰਕੇ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲੜ ਲੱਗੇ ਹੋਏ ਲੋਕਾਂ ਤੋਂ ਪਤਾ ਲੱਗ ਜਾਣਾ ਵੀ ਇਹ ਗੁਰੂ ਰਵਿਦਾਸ ਮਹਾਰਾਜ ਦੇ ਵਾਰਸ ਨੇ। ਜਿਹੜਾ ਲੜ ਲੱਗਿਆ, ਜਿਹੜਾ ਬਾਣੀ ਨੂੰ ਮੰਨਦਾ, ਜਿਨ੍ਹਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀਆਂ ਪੋਥੀਆਂ ਨੇ, ਇਤਿਹਾਸ ਹੈ, ਪਤਾ ਲੱਗ ਜਾਣਾ ਵੀ ਇਹ ਗੁਰੂ ਰਵਿਦਾਸ, ਗੁਰੂ ਨਾਨਕ, ਗੁਰੂ ਕਬੀਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੰਨਦੇ ਨੇ। ਅਤੇ ਜੇ ਗੁਰੂ ਰਵਿਦਾਸ, ਗੁਰੂ ਕਬੀਰ, ਗੁਰੂ ਨਾਨਕ ਦੀ ਜਗ੍ਹਾ 'ਤੇ ਕਿਸੇ ਹੋਰ ਦੀਆਂ ਫੋਟੋਆਂ ਪਈਆਂ ਨੇ, ਕਿਸੇ ਹੋਰ ਦੇ ਬਾਣੀ ਪਈ ਆ, ਚੱਪਲਾਂ ਲਿਆ ਕੇ ਉਹਦੀਆਂ ਘਰੇ ਰੱਖੀਆਂ ਹੋਈਆਂ ਨੇ, ਜਾਂ ਕਿਸੇ ਪਾਸੇ ਚੋਲਾ ਟੰਗਿਆ ਹੋਇਆ, ਤਾਂ ਸਮਝ ਲੈਣਾ ਵੀ ਇਹ ਗੁਰੂ ਨਾਨਕ, ਗੁਰੂ ਕਬੀਰ, ਗੁਰੂ ਰਵਿਦਾਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵਾਰਸ ਨਹੀਂ, ਇਹ ਤਾਂ ਕਿਸੇ ਹੋਰ ਦਾ ਵਾਰਸ ਲੱਗਦਾ ਹੈ। ਤੁਮ ਜੋ ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਸਾਡਾ ਪਤਾ ਉਦੋਂ ਲੱਗਣਾ ਜਦੋਂ ਸਾਡੇ ਜੀਵਨ ਦੇ ਵਿੱਚੋਂ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਂਗੂ ਕ੍ਰਾਂਤੀਕਾਰੀ ਗੱਲਾਂ ਨਿਕਲਣ ਲੱਗੀਆਂ। ਜਦੋਂ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਵਾਂਗੂ ਕ੍ਰਾਂਤੀਕਾਰੀ ਆਪਣਾ ਜੀਵਨ ਜਿਉਣ ਲੱਗੇ, ਜਦੋਂ ਅਸੀਂ ਬੇਗਮਪੁਰਾ ਵਸਾਉਣ ਵਾਲੇ ਰਸਤੇ 'ਤੇ ਤੁਰ ਗਏ ਜਾਂ ਚੱਲਣ ਲੱਗ ਪਏ, ਫਿਰ ਸਾਡੇ 'ਚੋਂ ਪਤਾ ਲੱਗੇਗਾ ਵੀ ਇਹ ਗੁਰੂ ਰਵਿਦਾਸ ਦਾ ਵਾਰਸ ਹੈ। ਨਹੀਂ ਜਿੰਨਾ ਮਰਜ਼ੀ ਢੰਡੋਰਾ ਪਿੱਟੀ ਚੱਲੋ, ਪਤਾ ਨਹੀਂ ਲੱਗਣਾ। ਇਹੀ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਨੇ, ਰੱਬ ਤੋਂ ਪਤਾ ਲੱਗ ਜਾਏਗਾ ਵੀ ਉਹਦਾ ਸੇਵਕ ਕਿਹੋ ਜਿਹਾ ਹੈ, ਸੇਵਕ ਤੋਂ ਪਤਾ ਲੱਗ ਜਾਏਗਾ ਵੀ ਉਹਦਾ ਰੱਬ ਕਿਹੋ ਜਿਹਾ ਹੈ। ਹੁਣ ਅਕਾਲ ਪੁਰਖ ਦੀ ਗੱਲ ਕਰ ਰਹੇ ਨੇ ਗੁਰੂ ਰਵਿਦਾਸ ਮਹਾਰਾਜ, ਬੇਅੰਤ ਦੀ, ਅਤੇ ਬੇਅੰਤ ਪ੍ਰਭੂ ਹੈ ਗੁਰੂ ਰਵਿਦਾਸ ਮਹਾਰਾਜ ਜੀ ਦਾ। ਅਤੇ ਬੇਅੰਤ ਪ੍ਰਭੂ ਦਾ ਜਿਹੜਾ ਆਪਸ ਦੇ ਵਿੱਚ ਘੁਲ ਮਿਲ ਕੇ ਬੈਠ ਗਿਆ ਗੁਰੂ ਰਵਿਦਾਸ ਮਹਾਰਾਜ, ਉਹ ਵੀ ਅੱਜ ਬੇਅੰਤ ਬਣ ਗਿਆ। ਪਹਿਲਾਂ ਵੀ ਮੈਂ ਪੰਕਤੀ ਪੜ੍ਹੀ ਸੀ, ਹੁਣ ਮੈਂ ਫੇਰ ਯਾਦ ਕਰਾ ਦਿਆਂ। ਊਚ ਤੇ ਊਚ ਨਾਮ ਦਿਓ ਸਮਦਰਸੀ, ਰਵਿਦਾਸ ਠਾਕੁਰ ਬਣਿਆਈ। ਪੜ੍ਹਿਓ ਅਰਥ ਕੀ ਨੇ ਇਹਦੇ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਦੇ ਨੇ, ਸਰੀਰ ਅਰਾਧੈ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੈ ਕੋਊ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ, ਮੇਰਾ ਇਹ ਸਰੀਰ
ਜਦੋਂ ਤੱਕ ਰਹੇਗਾ ਸਾਬਤ ਰਹੇਗਾ ਮੈਂ ਉਹਨੂੰ ਅਰਾਧੂੰਗਾ, ਮੈਂ ਉਹਦੇ ਗੁਣਾਂ ਮੁਤਾਬਕ ਤੁਰੂੰਗਾ, ਮੈਂ ਆਪਣੀ ਸੁਰਤ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਉਹਨੂੰ ਧਾਰ ਕੇ ਰੱਖੂੰਗਾ। ਰਵਿਦਾਸ ਸਮਦਲ ਸਮਝਾਵੈ ਕਹੂ। ਗੁਰੂ ਰਵਿਦਾਸ ਮਹਾਰਾਜ ਕਹਿੰਦੇ ਉਹ ਜਿਹੜਾ ਸਮਦਲ ਮਤਲਬ ਸਾਰਿਆਂ ਦਲਾਂ ਦੇ ਵਿੱਚ ਸਮਾਇਆ ਹੋਇਆ, ਪੂਰੀ ਕਾਇਨਾਤ ਦੇ ਵਿੱਚ ਰਮਿਆ ਹੋਇਆ ਹੈ, ਉਹਦੇ ਬਾਰੇ ਗੁਰੂ ਰਵਿਦਾਸ ਮਹਾਰਾਜ ਜੀ ਗੱਲ ਕਰ ਰਹੇ ਨੇ, ਜਿਹਨੂੰ ਅਸੀਂ ਅਕਾਲ ਪੁਰਖ ਰੱਬ ਪਰਮੇਸ਼ਰ ਕਹਿੰਦੇ ਹਾਂ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਨੇ ਕਿ ਕਹਿੰਦੇ ਕੋਈ ਮੈਨੂੰ ਸਮਝਾਵੇ, ਮੈਨੂੰ ਕੋਈ ਗਿਆਨ ਦੇਵੇ ਕਿ ਉਹ ਅਕਾਲ ਪੁਰਖ ਸਾਰਿਆਂ ਦੇ ਵਿੱਚ ਬਰਾਬਰ ਵਸ ਰਿਹਾ ਹੈ, ਉਹ ਬ੍ਰਾਹਮਣਾਂ, ਖੱਤਰੀਆਂ, ਵੈਸ਼ਾਂ, ਸ਼ੂਦਰਾਂ ਦੇ ਵਿੱਚ ਬਰਾਬਰ ਹੈ। ਅਤੇ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਇਸ ਸ਼ਬਦ ਦੇ ਵਿੱਚ ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਇਆ ਹੈ। ਮੈਂ ਇੱਕ ਵਾਰੀ ਫੇਰ ਪੜ੍ਹਦਿਆਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਰਵੇ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਸਾਡੇ ਵਿੱਚ ਅਤੇ ਰੱਬ ਵਿੱਚ ਕੋਈ ਵੀ ਫਰਕ ਨਹੀਂ ਹੈ, ਉਹ ਇੱਕ ਬਹੁਤ ਕਾਇਨਾਤ ਦਾ ਮਾਲਕ ਹੈ। ਬਸ ਅਸੀਂ ਇੱਕ ਛੋਟੇ ਜਿਹੇ ਸਰੀਰਕ ਤੌਰ 'ਤੇ ਹਾਂ, ਪਰ ਹਾਂ ਅਸੀਂ ਉਹਦਾ ਹੀ ਹਿੱਸਾ ਹੀ। ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਉਹ ਬੇਅੰਤ ਹੈ। ਮੈਂ ਇੱਥੇ ਇੱਕ ਹੋਰ ਆਪ ਜੀ ਨੂੰ ਨੋਟ ਕਰਾ ਦਿਆਂ। ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ, ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਦੱਸਦੇ ਨੇ, ਇਹ ਸਾਨੂੰ ਨੋਟ ਕਰ ਲੈਣੀਆਂ ਚਾਹੀਦੀਆਂ ਨੇ, ਜ਼ਿੰਦਗੀ ਵਿੱਚ ਕੰਮ ਆਉਂਦੀਆਂ ਨੇ। ਕਦੇ ਵੀ ਅਸੀਂ ਧੋਖਾ ਨਹੀਂ ਖਾਵਾਂਗੇ। ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਅਕਾਲ ਪੁਰਖ ਬਾਰੇ ਦੱਸ ਦਿੱਤਾ ਵੀ ਉਹ ਬੇਅੰਤ ਹੈ। ਅੱਗੇ ਜਾ ਕੇ ਸਤਿਗੁਰ ਰਵਿਦਾਸ ਮਹਾਰਾਜ ਜੀ ਆਪਣੇ ਰੱਬ ਨੂੰ ਰਾਮ ਵੀ ਲਿਖਣਗੇ, ਮੁਰਾਰ ਵੀ ਲਿਖਣਗੇ, ਦਮੋਦਰ ਵੀ ਲਿਖਣਗੇ, ਗੋਬਿੰਦ ਵੀ ਲਿਖਣਗੇ, ਅਤੇ ਉੱਥੇ ਤੁਸੀਂ ਰਮਈਆ ਵੀ ਲਿਖਣਗੇ। ਉੱਥੇ ਭੁਲੇਖਾ ਨਾ ਖਾ ਜਾਇਓ ਕਿ ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਦੇਵੀ ਦੇਵਤਿਆਂ ਨੂੰ ਆਪਣਾ ਰੱਬ ਕਹਿ ਰਹੇ ਨੇ। ਉਹ ਬੇਅੰਤ ਨੂੰ ਹੀ ਕਹਿ ਰਹੇ ਨੇ, ਉਹ ਕਾਇਨਾਤ ਦੇ ਸਿਰਜਣਹਾਰ ਨੂੰ ਹੀ ਕਹਿ ਰਹੇ ਨੇ। ਜਿਵੇਂ ਅੱਗੇ ਬਹੁਤ ਸਾਰੀਆਂ ਪੰਕਤੀਆਂ ਆਉਣਗੀਆਂ, ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ। ਇਹ ਚੱਕ ਕੇ ਪੰਕਤੀਆਂ ਤੁਸੀਂ ਰਾਜਾ ਰਾਮਚੰਦ ਜਾਂ ਦੇਖ ਕੇ ਇਹ ਦਸ਼ਰਥ ਦੇ ਪੁੱਤਰ ਨਾਲ ਨਾ ਜੋੜ ਦਿਓ। ਇਸ ਪੰਕਤੀਆਂ ਇੱਥੇ ਸ਼ਬਦ ਨੂੰ ਸਾਹਮਣੇ ਰੱਖ ਕੇ ਅਰਥ ਕਰਿਓ। ਇਸ ਕਰਕੇ ਮੈਂ ਬੇਨਤੀ ਵਾਰ-ਵਾਰ ਕਰ ਰਿਹਾ, ਜਿੰਨਾ ਤੱਕ ਤੁਸੀਂ ਇਸ ਸ਼ਬਦ ਦੇ ਭਾਵ ਅਰਥ ਨੂੰ ਨਹੀਂ ਸਮਝੋਗੇ, ਉਹਨਾਂ ਤੱਕ ਗੁਰੂ ਰਵਿਦਾਸ ਮਹਾਰਾਜ ਜੀ ਦੇ ਰੱਬ ਬਾਰੇ ਨਹੀਂ ਪਤਾ ਲੱਗੇਗਾ। ਇਹ ਰਹਾਉ ਵਾਲਾ ਬੰਦ ਸੀ। ਅਗਲਾ ਬੰਦ ਹੈ ਤੁਮ ਜੋ ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਾਨੀ ਜੇ ਜਨ ਤੇ ਸੁਆਮੀ। ਰੱਬ ਤੋਂ ਪਤਾ ਲੱਗ ਜਾਂਦਾ ਕਿ ਉਹਦਾ ਸੇਵਕ ਕਿਹੋ ਜਿਹਾ ਹੋਏਗਾ, ਸੇਵਕ ਤੋਂ ਪਤਾ ਲੱਗ ਜਾਂਦਾ ਵੀ ਉਹਦਾ ਮਾਲਕ ਕਿਹੋ ਜਿਹਾ ਹੋਏਗਾ। ਗੁਰੂ ਰਵਿਦਾਸ ਮਹਾਰਾਜ ਕਹਿੰਦੇ ਸਰੀਰ ਅਰਾਧੈ ਮੋਕੋ ਵਿਚਾਰ ਦੇਹੂ, ਰਵਿਦਾਸ ਸਮਦਲ ਸਮਝਾਵੈ ਕਹੂ। ਮੈਨੂੰ ਕੋਈ ਵਿਚਾਰ ਦਿਓ, ਜਦੋਂ ਤੱਕ ਮੇਰਾ ਸਰੀਰ ਰਹੇਗਾ ਮੈਂ ਉਹਨੂੰ ਆਪਣੇ ਸਰੀਰ ਵਿੱਚੋਂ ਅਰਾਧਦਾ ਰਹਾਂਗਾ। ਕਿਵੇਂ ਅਰਾਧਦੇ ਨੇ ਉਹ ਆਪਾਂ ਅੱਗੇ ਜਾ ਕੇ ਬਾਣੀ ਦੇ ਵਿੱਚ ਪੜ੍ਹਾਂਗੇ। ਆਓ ਆਪਾਂ ਇਹਨਾਂ ਸ਼ਬਦਾਂ ਦੀ ਹੁਣ ਅੱਗੇ ਲੜੀਵਾਰ ਵਿਆਖਿਆ ਸ਼ੁਰੂ ਕਰਾਂਗੇ। ਜਿੰਨੇ ਵੀ 40 ਸ਼ਬਦ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਣੀ ਦੇ ਵਿੱਚ ਨੇ, ਉਹ ਸਾਰਿਆਂ ਦੀ ਵਿਆਖਿਆ ਆਪ ਜੀ ਦੇ ਨਾਲ ਥੋੜ੍ਹੇ ਸਮੇਂ ਵਿੱਚ ਕਰਨ ਦਾ ਯਤਨ ਕਰਾਂਗਾ। ਰਵਿਦਾਸ ਸਮਦਲ ਸਮਝਾਵੈ ਕਹੂ, ਉਹ ਸਾਰਿਆਂ ਵਿੱਚ ਕਿਵੇਂ ਵਰਤ ਰਿਹਾ ਹੈ। ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਮੈਨੂੰ ਕੋਈ ਸਮਝਾਵੇ। ਕੋਈ ਦਾ ਮਤਲਬ ਮੈਨੂੰ ਗੁਰੂ ਦਾ ਗਿਆਨ ਹੀ ਸਮਝਾ ਸਕਦਾ ਹੈ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ। ਅਗਰ ਕਿਸੇ ਨੂੰ ਲੱਗੇ ਕਿ ਇਹ ਅਰਥ ਇਸ ਤਰ੍ਹਾਂ ਨਹੀਂ ਹਨ, ਕਿਰਪਾ ਕਰਕੇ ਮੈਨੂੰ ਸੁਝਾਅ ਦੇਣ ਦਾ ਯਤਨ ਕਰੇ, ਕਿਉਂਕਿ ਅਸੀਂ ਵੀ ਮਨੁੱਖ ਹਾਂ। ਜਿੰਨੀ ਕੁ ਮੈਨੂੰ ਬਾਣੀ ਦੀ ਸਮਝ ਲੱਗੀ ਮੈਂ ਆਪ ਜੀ ਨੂੰ ਅਰਥ ਦੱਸੇ। ਕਿਰਪਾ ਕਰਕੇ ਜੇਕਰ ਕੋਈ ਮੇਰੇ ਤੋਂ ਵਧੀਆ ਅਰਥ ਕਰ ਲੈਂਦਾ, ਸਮਝਦਾ ਹੈ, ਕਿਉਂਕਿ ਬਹੁਤ ਵਧੀਆ ਤੋਂ ਵਧੀਆ ਲੋਕ ਪਏ ਨੇ ਜਿਹੜੇ ਬਾਣੀ ਦੇ ਬਹੁਤ ਪਿਆਰੇ ਅਰਥ ਕਰਦੇ ਨੇ। ਜਿੰਨੀ ਕੁ ਮੈਨੂੰ ਸਮਝ ਲੱਗੀ ਸੀ ਮੈਂ ਆਪ ਜੀ ਨੂੰ ਦੱਸਿਆ, ਅਤੇ ਜਿੰਨਾ ਆਪ ਜੀ ਨੂੰ ਪਤਾ ਕਿਰਪਾ ਕਰਕੇ ਮੈਨੂੰ ਦੱਸਣ ਦਾ ਯਤਨ ਕਰਿਓ। ਇੰਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾਚਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।